ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਵੰਦੈ। ਲਹਿਣੇ ਧਰਿਓ ਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦੈ। ਮਤ ਗੁਰ ਆਤਮ ਦੇਵ ਦੇ, ਖੜਗ ਜੋਰ ਭਰਾ ਕੋਇ ਜੀਅ ਦੇ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦੈ। ਸਹਿ ਟਿਕਾ ਦਿੱਤੋਸ ਜੀਵਦੈ। ਰਾਜਾ ਨਾ ਰਾਜ, ਪਾਨਾ ਨਾ ਪਾਨ, ਦੇਵਾ ਨਾ ਦੇਵ। ਉਪਮਾ ਮਹਾਨ, ਚਵਰ ਛਤਰ ਤਖਤ ਦੇ ਮਾਲਕ। ਜੁਗੋ ਜੁਗ ਅਟਲ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਓ ਗੁਰਦੇਵ ਦੇ ਚਰਨਾਂ ਦੇ ਵਿੱਚ ਸੁਰਤ ਜੋੜੀਏ। ਆਪੋ ਆਪਣੀ ਹਾਜ਼ਰੀ ਗੁਰਦੇਵ ਦੇ ਚਰਨਾਂ ਵਿੱਚ ਲਵਾਈਏ। ਸਤਿਗੁਰਾਂ ਦਾ ਬਚਨ ਦੁਹਰਾਈਏ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀਓ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਜੋ ਇਸ ਸਮੇਂ ਗੁਰੂ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੋਇਆ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਸੁਰਤ ਬਿਨਾ ਕੋਈ ਸ਼ਬਦ ਸੁਣਿਆ, ਕੋਈ ਵਿਚਾਰ ਸੁਣੀ ਜਾਂ ਗੁਰੂ ਕੀ ਸਾਖੀ ਸੁਣੀ ਲਾਭਦਾਇਕ ਨਹੀਂ। ਜਦੋਂ ਸੁਰਤ ਟਿਕਾਣਾ ਗੁਰੂ ਚਰਨਾਂ ਦਾ ਮਿਲਦਾ ਹੈ, ਸੁਰਤ ਟਿਕੇ, ਸ਼ਬਦ ਉਦੋਂ ਹਿਰਦੇ ਰੂਪੀ ਭਾਂਡੇ ਵਿੱਚ ਟਿਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ, ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਵਿਚਾਰ ਗੁਰੂ ਸਾਹਿਬ ਕਰਵਾ ਰਹੇ ਨੇ। ਫਿਰ ਅੰਗਦ ਗੁਰੂ ਸਾਹਿਬ ਕਹਿਣ ਲੱਗੇ, ਪਿਆਰੇ ਸਿੱਖਾ, ਅਰਦਾਸ ਕਰਨ ਵੇਲੇ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਸਹਾਇਤਾ ਜ਼ਰੂਰ ਮੰਗੀ। ਗੁਰੂ ਅੰਗਦ ਸਾਹਿਬ ਜੀ ਦੀ ਸਹਾਇਤਾ ਮੰਗੇਗਾ, ਤੇਰੀ ਅਰਦਾਸ ਪ੍ਰਵਾਨ ਹੋਵੇਗੀ। ਜਿਵੇਂ ਗੁਰਦੇਵ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਗਿੱਲੇ ਘਾਹ ਦੀ ਪੰਡ ਚਕਵਾਈ। ਦਰਵਾਜ਼ੇ ਵਿੱਚ ਦੀ ਜਦੋਂ ਹੋ ਕੇ ਘਰਾਂ ਨੂੰ ਪਹੁੰਚੇ, ਮਾਤਾ ਸੁਲੱਖਣੀ ਬੋਲੇ, ਕਹਿਣ ਲੱਗੇ, ਸਤਿਗੁਰੂ ਚਿੱਟੇ ਬਸਤਰ ਪਾਇਓ ਸਨ। ਸਾਰੇ ਬਸਤਰ ਇਹਦੇ ਗਾਰ ਨਾਲ ਲਿਬੜ ਗਏ ਨੇ, ਸਾਰੇ ਬਸਤਰ ਇਹਦੇ ਮਿੱਟੀ ਨਾਲ ਪਲੀਤ ਹੋ ਗਏ ਨੇ। ਸਤਿਗੁਰੂ ਜਦੋਂ ਦੂਜੀ ਵਾਰੀ ਮਾਤਾ ਸੁਲੱਖਣੀ ਬੋਲੇ ਨੇ, ਗੁਰੂ ਨਾਨਕ ਸਾਹਿਬ ਗੰਭੀਰਤਾ 'ਚ ਬੋਲੇ, ਸੁਲੱਖਣੀਏ ਇਹਦੇ ਤੋਂ ਬਿਨਾਂ ਪੰਡ ਚੱਕਣ ਵਾਲਾ ਹੋਰ ਦਿਸਦਾ ਵੀ ਕੋਈ ਨਹੀਂ ਸੀ। ਭਾਵੇਂ ਇਹਨਾਂ ਸ਼ਬਦਾਂ ਵਿੱਚ ਰਮਜ਼ ਹੈ। ਸੁਲੱਖਣੀਏ ਲੈਣੇ ਤੋਂ ਬਿਨਾਂ ਆਹ ਪੰਡ ਚੱਕਣ ਵਾਲਾ ਹੋਰ ਕੋਈ ਦਿਸਦਾ ਵੀ ਨਹੀਂ ਸੀ। ਸਮਾਂ ਪਿਆ, ਹੁਣ ਦੇਖੋ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਚਰਨਾਂ ਦੀ ਸੇਵਾ ਨਿਭਾਉਂਦੇ ਨੇ ਭਾਈ ਲਹਿਣਾ ਜੀ। ਸੰਖੇਪ ਵਿੱਚ ਚੱਲਾਂਗੇ।
ਹੁਣ 7 ਸਾਲ ਇਹਨਾਂ ਨੇ ਗੁਰ ਚਰਨਾਂ ਦੀ ਸੇਵਾ ਨਿਭਾਈ ਹੈ ਜੀ। 1532 ਤੇ ਸੇਵਾ ਨਿਭਾਉਂਦੇ ਰਹੇ 1539 ਤੱਕ ਸੇਵਾ ਨਿਭਾਉਂਦੇ ਨੇ। ਇਹਨਾਂ ਸੇਵਾ ਦੇ ਵਿੱਚ ਵਿਦਵਾਨ ਜਿਨ੍ਹਾਂ ਨੇ ਸਾਖੀਆਂ ਦਾ ਜ਼ਿਕਰ ਕੀਤਾ ਹੈ, ਭਾਈ ਲਹਿਣਾ ਜੀ ਰਾਤ ਨੂੰ ਕੋਈ ਧਰਮਸ਼ਾਲਾ ਦੀ ਕੰਧ ਡਿੱਗ ਪਈ, ਉਹਦੀ ਉਸਾਰੀ ਕਰਦੇ ਹੈ। ਗੁਰੂ ਸਾਹਿਬ ਜੀ ਦੇ ਬਸਤਰ ਚੱਕ ਕੇ ਰਾਤ ਨੂੰ ਬਸਤਰ ਧੋਣ ਦੀ ਸੇਵਾ ਕਰਦੇ ਹੈ। ਜੇ ਕੋਈ ਰਸਤੇ ਦੇ ਵਿੱਚ ਸੰਗਤ ਸੇਵਾ ਕਰਦੀ ਹੋਈ ਕੋਈ ਡਲਾ ਜਾਂ ਇੱਟਾਂ ਆਦਿਕ ਬੱਠਲ ਰਸਤੇ ਵਿੱਚ ਪਏ ਨੇ ਤੇ ਭਾਈ ਲਹਿਣਾ ਜੀ ਰਾਤੋਂ ਰਾਤ ਉਹਨਾਂ ਨੂੰ ਚੱਕ ਕੇ ਰਾਸਤਾ ਸਾਫ਼ ਕਰਦੇ ਨੇ ਵੀ ਅੰਮ੍ਰਿਤ ਵੇਲੇ ਜਦੋਂ ਸੰਗਤ ਆਏਗੀ ਕਿਸੇ ਨੂੰ ਟੇਢਾ ਨਾ ਵੱਜ ਜਾਏ। ਸੇਵਾ ਨਿਭਾਉਂਦੇ ਨੇ। ਹੁਣ ਜਦੋਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਕਹਿਣ ਲੱਗੇ ਲਹਿਣਿਆ ਉਹ ਵੇਖ ਕਿੱਕਰ ਨੂੰ ਹਲੂਣੋ, ਲੈਣਿਆ ਕਿੱਕਰ ਤੇ ਚੜ ਮਠਿਆਈ ਡਿੱਗੇਗੀ। ਹੁਣ ਮਨ ਜਿਹੜਾ ਹੈ ਗੁਰੂ ਤੋਂ ਜੇ ਲਹਿਦਾ ਹੋ ਕੇ ਸੋਚਦੇ ਆ ਵੀ ਕਿੱਕਰ ਤੇ ਸੂਲਾਂ ਆਦਿਕ ਹੁੰਦੀਆਂ ਨੇ, ਮਠਿਆਈ ਨਹੀਂ ਹੁੰਦੀ। ਪਰ ਹੁਣ ਲਹਿਣੇ ਦਾ ਜਿਹੜਾ ਮਨ ਹੈ, ਜਿਹਦੀ ਆਪਾਂ ਸਹਾਇਤਾ ਮੰਗਣੀ ਹੈ, ਅਰਦਾਸ ਕਰਨ ਲੱਗੇ, ਉਹਨੇ 7 ਬਚਨ ਕਿਹਾ। ਪੁੱਤਰਾਂ ਨੂੰ ਜਦੋਂ ਕਿਹਾ ਹੈ, ਕਹਿਣ ਲੱਗੇ 2 ਪੁੱਤਰ ਸਨ, ਦੋਨਾਂ ਨੂੰ ਜਦੋਂ ਬਚਨ ਕੀਤਾ ਗੁਰੂ ਨਾਨਕ ਸਾਹਿਬ ਨੇ, ਕਹਿਣ ਲੱਗੇ ਪੁੱਤਰੋ ਕਿੱਕਰ ਨੂੰ ਹਲੂਣੋ। ਤੇ ਦੋਵੇਂ ਪੁੱਤਰ ਬੋਲੇ ਗੁਰੂ ਪਿਤਾ ਉਮਰ ਤੁਹਾਡੀ ਵਡੇਰੀ ਹੋ ਗਈ ਹੈ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕੀ ਬਚਨ ਕਰ ਰਹੇ ਹੋ। ਕਿੱਕਰ ਨੂੰ ਸੂਲਾਂ ਕੰਡੇ ਆਦਿਕ ਲੱਗਦੇ ਨੇ, ਪਰ ਕਦੇ ਦੇਖਿਆ ਜਾਂ ਸੁਣਿਆ ਹੈ ਵੀ ਕਿੱਕਰ ਤੇ ਮਠਿਆਈ ਡਿੱਗੇਗੀ। ਭਾਈ ਲਹਿਣੇ ਨੂੰ ਜਦੋਂ ਵੀ ਬਚਨ ਹੁੰਦਾ ਹੈ, ਭਾਈ ਲਹਿਣਾ ਸਭ ਗੱਲਾਂ ਪਿਛਾਂ ਨੂੰ ਸੁੱਟ ਕੇ ਕਿੱਕਰ ਪੇ ਚੜ ਗਏ। ਗਿਆਨੀ ਗਿਆਨ ਸਿੰਘ ਕਹਿਣ ਲੱਗੇ ਉੱਪਰ ਚੜੇ ਨੇ, ਮਠਿਆਈ ਵੀ ਡਿੱਗੀ ਹੈ। ਜਦੋਂ ਥੱਲੇ ਆਏ ਭਾਈ ਲਹਿਣੇ ਤੋਂ ਗੁਰੂ ਕੇ ਪੁੱਤਰਾਂ ਨੇ ਪੁੱਛਿਆ, ਕਹਿਣ ਲੱਗੇ ਉਹ ਲਹਿਣਿਆ ਤੈਨੂੰ ਪਤਾ ਨਹੀਂ ਵੀ ਕਿੱਕਰ ਤੇ ਸੂਲਾਂ ਲੱਗਦੀਆਂ ਨੇ, ਕੰਡੇ ਲੱਗਦੇ ਨੇ, ਨਾ ਹੀ ਕੀ ਮਠਿਆਈ। ਤੇ ਭਾਈ ਲਹਿਣੇ ਨੇ ਗੁਰੂ ਦੇ ਪੁੱਤਰਾਂ ਨੂੰ ਇੱਕੋ ਹੀ ਜਵਾਬ ਦਿੱਤਾ ਸੀ, ਕਹਿਣ ਲੱਗੇ ਮੇਰੇ ਗੁਰੂ ਕੇ ਲਾਲੋ, ਮੈਂ ਹੁਕਮਾਂ ਦਾ ਬੱਝਾ ਹਾਂ, ਜਿਵੇਂ ਆ ਮੈਨੂੰ ਚਲਾਉਂਦਾ ਮੈਂ ਉਵੇਂ ਚੱਲਣਾ ਹੈ। ਮੈਂ ਹੁਕਮ ਦਾ ਬੱਝਾ। ਤੇ ਹੁਣ ਮਨ ਵਿੱਚ ਆਉਂਦਾ ਹੈ ਵੀ ਹਰੇਕ ਦੁਨੀਆ ਵਾਲੇ ਲੋਕ ਅਲੱਗ-ਅਲੱਗ ਆਪੋ ਆਪਣੇ ਮਤ ਦੇ ਅਨੁਸਾਰ ਇੱਕ ਸ਼ਬਦ ਵਰਤਦੇ ਆ ਵੀ ਅੰਧ ਵਿਸ਼ਵਾਸ ਨਹੀਂ ਚਾਹੀਦਾ, ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਤੇ ਇੱਥੇ ਗੁਰੂ ਤੋਂ ਪੁੱਛਿਆ, ਕਹਿਣ ਲੱਗੇ ਅੰਧ ਵਿਸ਼ਵਾਸ ਕਰ, ਅੰਧ ਵਿਸ਼ਵਾਸ ਕਰੀ ਪਰ ਅੰਨੇ ਤੇ ਕਦੇ ਵਿਸ਼ਵਾਸ ਨਾ ਕਰੀ। ਬਚਨ 2 ਨੇ। ਕਹਿਣ ਲੱਗੇ ਪਿਆਰੇ ਤੂੰ ਅੰਧ ਵਿਸ਼ਵਾਸ ਕਰੀ, ਉਹ ਕਰਨਾ ਕਿਹਦੇ ਤੇ? ਉਹ ਪੂਰੇ ਗੁਰੂ ਤੇ ਅੰਧ ਵਿਸ਼ਵਾਸ ਕਰੀ। ਜਿਵੇਂ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਕਹਿੰਦੇ ਸੀ, ਲਹਿਣਿਆ ਕਿੱਕਰ ਨੂੰ ਹਲੂਣੋ, ਕੋਈ ਅੰਧ ਵਿਸ਼ਵਾਸ ਨਹੀਂ ਸੀ, ਪਰ ਗੁਰੂ ਦਾ ਬਚਨ ਮੰਨਣਾ ਜ਼ਰੂਰੀ ਸੀ। ਬਚਨ ਮੰਨ ਲਿਆ। ਕਹਿਣ ਲੱਗੇ ਕਿੱਕਰ ਤੋਂ ਵੀ ਮਠਿਆਈ ਝੜਦੀ ਹੈ। ਕਹਿਣ ਲੱਗੇ ਅੰਧ ਵਿਸ਼ਵਾਸ ਕਰੀ, ਪੂਰੇ ਗੁਰੂ ਤੇ ਤੂੰ ਅੰਧ ਵਿਸ਼ਵਾਸ ਕਰੀ, ਕਰਨਾ ਵੀ ਕਿੰਨਾ? ਕਹਿਣ ਲੱਗੇ ਦੱਬ ਕੇ ਕਰੀ ਅੰਧ ਵਿਸ਼ਵਾਸ, ਹੋਵੇ ਤੇਰਾ ਪੂਰਾ ਗੁਰੂ ਉਹਦੇ ਤੇ ਅੰਧ ਵਿਸ਼ਵਾਸ ਕਰੀ, ਪਰ ਧਿਆਨ ਦੇਈ ਕਦੇ ਅੰਨੇ ਤੇ ਵਿਸ਼ਵਾਸ ਨਾ ਕਰੀ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਪਿਆਰੇ ਅੰਨੇ ਤੇ ਕਦੇ ਵਿਸ਼ਵਾਸ ਨਾ ਕਰੀ। ਉਹ ਸ਼ਬਦ ਹੈ ਜੀ। ਕਹਿਣ ਲੱਗੇ ਸਿੱਖੋ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧੇ ਕੰਮ ਕਰੇਣ। ਜਿਨ੍ਹਾਂ ਦਾ ਆਗੂ ਹੀ ਅੰਨਾ ਹੈ ਤੇ ਉਹਨਾਂ ਕੋਲ ਜਿਹੜੇ ਪੜ੍ਹਨ ਵਾਲੇ ਉਹ ਵੀ ਉਹੋ ਜਿਹੇ ਕੰਮ ਕਰਨਗੇ। ਬਚਨ ਹੈ ਵੀ ਅੰਧ ਵਿਸ਼ਵਾਸ ਕਰੀ ਪੂਰੇ ਗੁਰੂ ਤੇ, ਪਰ ਕਦੇ ਅੰਨੇ ਤੇ ਵਿਸ਼ਵਾਸ ਨਾ ਕਰੀ। ਹੁਣ ਅੰਨੇ ਦੀ ਪਰਿਭਾਸ਼ਾ ਕੈਸੀ ਹੈ? ਕਹਿਣ ਲੱਗੇ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧੇ ਕੰਮ ਕਰੇਣ,
ਓਏ ਭਾਣੇ ਚੱਲਨ ਆਪਣੇ, ਨਿਤ ਝੂਠੋ ਝੂਠ ਬੁਲੇਨ। ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ। ਓਏ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁਲ ਡੁਬੇਨ। ਨਾਨਕ ਜਿਤ ਓਏ ਲਾਏ ਤਿਤ ਲੱਗੇ, ਓਏ ਬਪੁੜੇ ਕਿਆ ਕਰੇਨ। ਕਿਉਂਕਿ ਅੰਨੇ ਤੇ ਵਿਸ਼ਵਾਸ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੈਨੂੰ ਡੋਬੇਗਾ। ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਜੀ। ਚੌਥੇ ਪਾਤਸ਼ਾਹ ਨੇ ਬਚਨ ਕਰਿਆ, ਅੱਜ ਦੇ ਹੁਕਮਨਾਮੇ ਅੰਦਰ ਗੁਰੂ ਸਾਹਿਬ ਵਾਕਈ ਹਾਜ਼ਰ ਨਾਜ਼ਰ ਵਰਤਦੇ ਨੇ। ਤੇ ਅੱਜ ਦੇ ਹੁਕਮਨਾਮੇ ਅੰਦਰ ਗੁਰੂ ਸਾਹਿਬ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ, ਸਿੱਖਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਕਹਿਣ ਲੱਗੇ ਫਿਰ ਅੰਨਾ ਕੀ ਕਰੇ? ਅੰਨੇ ਤੇ ਵਿਸ਼ਵਾਸ ਕਰਾਂਗੇ ਤਾਂ ਡੁੱਬਾਂਗੇ। ਫਿਰ ਅੰਧ ਵਿਸ਼ਵਾਸ ਕਿਹੋ ਜਿਹਾ ਚਾਹੀਦਾ ਹੈ? ਉਹ ਕਹਿਣ ਲੱਗੇ ਅੰਧ ਵਿਸ਼ਵਾਸ ਹੈ ਨਹੀਂ ਹਰੇਕ ਤੇ ਕਰਨਾ, ਗੁਰੂ ਪੂਰਾ ਹੋਵੇ। ਪੂਰੇ ਗੁਰੂ ਤੇ ਅੱਖਾਂ ਮੂੰਦ ਕੇ ਭਰੋਸਾ ਕੀਤਾ ਜਾ ਸਕਦਾ ਹੈ। ਤਾਈਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਫਿਰ ਅੰਗਦ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੋਂ ਸਿੱਖ ਵੀ ਹੁਕਮ ਕਮਾਈ ਦਾ ਕਿਵੇਂ ਹੈ। ਬਚਨ ਕੀ ਕਹਿਣ ਲੱਗੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਗੁਰੂ ਸਾਹਿਬ ਫਿਰ ਮੈਂ ਕੀ ਕਰਨਾ ਹੈ? ਕਹਿਣ ਲੱਗੇ ਬਸ ਤੂੰ ਬਚਨ ਮੰਨੀ। ਉਹ ਬਚਨ ਹੈ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪਰ ਬਚਨ ਮੰਨਣ ਤੋਂ ਪਹਿਲਾਂ ਤੇਰੇ ਨੈਣਾਂ ਦੇ ਵਿੱਚ ਕਹਿਣ ਲੱਗੇ ਉਸ ਪ੍ਰਭੂ ਵਾਸਤੇ ਅਦਬ ਸਤਿਕਾਰ ਤੇ ਭੈ ਦਾ ਸੁਰਮਾ ਹੋਣਾ ਚਾਹੀਦਾ ਹੈ। ਭੈ ਦੀ ਸਲਾਈ ਹੋਣੀ ਚਾਹੀਦੀ ਹੈ। ਉਹ ਬਚਨ ਹੈ, ਭੈ ਕੀਆ ਦੇ ਸਲਾਈਆਂ ਨੈਣੀ, ਭਾਵਕਾ ਕਰ ਸਿਗਾਰੋ। ਤਾਂ ਸੁਹਾਗਣ ਜਾਣੀਆਂ ਲਾਗੀ, ਜਾਸੋ ਧਰੇ ਪਿਆਰੋ। ਹੁਣ ਸੰਖੇਪ ਵਿੱਚ ਚੱਲਦੇ ਹਾਂ। ਅਰਦਾਸ ਦੀ ਸਾਰੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਗੁਰੂ ਕਿਰਪਾ ਦੇ ਨਾਲ। ਜਦੋਂ ਸਮਾਂ ਆਇਆ ਰਹਿਮਤ ਵਰਸੀ, ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਭੌਰੇ ਜਿਹੜੇ ਵਿਦਵਾਨ ਹਨ, ਉਹਨਾਂ ਨੇ ਕਈਆਂ ਨੇ ਮੁਰਦੇ ਖਾਣ ਦੀ ਵੀ ਜ਼ਿਕਰ ਕੀਤੀ। ਕਹਿਣ ਲੱਗੇ ਲੈਣਿਆ ਮੁਰਦਾ ਖਾਣਾ ਹੈ। ਭਾਈ ਲਹਿਣਾ ਜੀ ਕਹਿਣ ਲੱਗੇ, 7 ਬਚਨ ਗੁਰਦੇਵ ਜੀ ਜੋ ਵੀ ਬਚਨ ਕਰਦੇ ਨੇ, ਤੇ ਭਾਈ ਲਹਿਣਾ ਜੀ ਕਹਿੰਦੇ ਨੇ 7 ਬਚਨ ਗੁਰਦੇਵ ਜੀ। ਕਹਿਣ ਲੱਗੇ ਉਹ ਦਿਨ ਆਇਆ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਲਹਿਣੇ ਦੇ ਸਿਰ ਤੇ ਆਪਣਾ ਛਤਰ ਧਰਨਾ ਸੀ। ਜਦੋਂ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਹੀਰੇ ਆਦਿਕ ਸੁੱਟੇ, ਕੋਈ ਹੀਰੇ ਲੈ ਕੇ ਮੁੜ ਗਿਆ, ਕੋਈ ਮੋਤੀ ਲੈ ਕੇ ਮੁੜ ਗਿਆ, ਮਾਇਆ ਲੈ ਕੇ ਮੁੜ ਗਿਆ। ਜ਼ਿਕਰ ਹੋਇਆ ਕਹਿੰਦੇ ਕੋਈ ਪਾਰਸ ਲੈ ਕੇ ਵੀ ਮੁੜ ਗਿਆ। ਸਿੱਖ ਜਿੰਨੇ ਵੀ ਸੰਗਤ ਗੁਰੂ ਨਾਨਕ ਸਾਹਿਬ ਤੁਰੇ ਨੇ, ਉਹਨਾਂ ਦੇ ਪਿੱਛੇ ਬਹੁਤ ਸੰਗਤ ਪਿੱਛੇ ਤੁਰੀ ਹੈ। ਪਰ ਗੁਰੂ ਨਾਨਕ ਸਾਹਿਬ ਜਦੋਂ ਮਾਇਆ ਖਿਲਾਰਨ ਲੱਗੇ, ਹੀਰੇ ਮੋਤੀ ਆਦਿਕ ਜਵਾਹਰ ਲਾਲ ਕੋਈ ਕਿਹਦਾ ਕੀ ਲੈ ਕੇ ਮੁੜ ਗਿਆ। ਪਲਟ ਕੇ ਦੇਖਿਆ ਕੇਵਲ ਇਕੱਲਾ ਭਾਈ ਲਹਿਣਾ ਹੀ ਰਹਿ ਗਿਆ ਸੀ। ਭਾਈ ਲਹਿਣੇ ਨੂੰ ਕਿਹਾ, ਲਹਿਣਿਆ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਤੂੰ ਜਾਣਾ ਨਹੀਂ? ਉਹ ਕਹਿਣ ਲੱਗੇ ਗੁਰੂ ਸਾਹਿਬ ਨਹੀਂ, ਮੈਂ ਨਹੀਂ ਜਾਣਾ। ਕਹਿਣ ਲੱਗੇ ਕਿਉਂ ਨਹੀਂ ਜਾਣਾ? ਉਹ ਕਹਿੰਦੇ ਗੁਰੂ ਜੀ ਤੁਹਾਡੇ ਹੁਕਮ ਦੇ ਅੰਦਰ ਹੈ। ਉਹ ਕਹਿਣ ਲੱਗੇ ਮੈਂ ਹੁਕਮ ਪਿਆ ਕਰਦਾ, ਤੂੰ ਜਾ। ਕਹਿਣ ਲੱਗੇ ਨਹੀਂ ਗੁਰੂ ਸਾਹਿਬ। ਕਹਿਣ ਲੱਗੇ ਆਹ ਕੈਸਾ ਹੁਕਮ ਹੋਇਆ, ਤੂੰ ਜਾ ਨਹੀਂ ਰਿਹਾ ਘਰੇ? ਸਾਰੇ ਦੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਲੈਣੇ ਤੂੰ ਕਿਉਂ ਨਹੀਂ ਜਾਂਦਾ? ਆਹ ਕਿਹੋ ਜਿਹਾ ਹੁਕਮ ਹੋਇਆ ਵੀ ਤੂੰ ਘਰੇ ਨਹੀਂ ਜਾਂਦਾ? ਸਾਰੇ ਦੇ ਸਾਰੇ ਮੁੜ ਗਏ, ਸਾਰੀ ਸੰਗਤ ਮੁੜ ਗਈ। ਭਾਈ ਲਹਿਣੇ ਨੇ ਕਿਹਾ ਗੁਰੂ ਜੀ ਮੈਂ ਤੁਹਾਡਾ ਹੁਕਮ ਨਹੀਂ ਮੰਨ ਰਿਹਾ, ਤੁਸੀਂ ਮੇਥੋਂ ਆਪਣਾ ਹੁਕਮ ਮਨਵਾ ਰਹੇ ਹੋ। ਅਰਦਾਸ ਦਾ ਰਮਜ਼ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਲੱਗੇ, ਬੇਨਤੀ ਕਰੀ ਗੁਰੂਦੇਵ ਜੀ ਹੁਕਮ ਤੁਹਾਡਾ ਮੈਂ ਮੰਨ ਨਹੀਂ ਸਕਦਾ, ਕਿਰਪਾ ਕਰਕੇ ਮੇਰੇ ਵਿੱਚ ਸੰਤੋਖੀ ਹਿਰਦਾ ਕਰਕੇ ਤੁਹਾਡਾ ਹੁਕਮ ਮੇਥੋਂ ਆਪ ਹੀ ਮਨਵਾ ਲਿਓ। ਕਿਉਂਕਿ ਸਾਖੀ ਦੇ ਵਿੱਚ ਗੁਰੂ ਦੇ ਕੁਝ ਕੁ ਜੀਵਨ ਦੇ ਵਿੱਚ ਆ ਉਦਾਹਰਨ ਲੈ ਕੇ ਆਪਾਂ ਆਪਣਾ ਜੀਵਨ ਸੁਧਾਰਨਾ ਹੈ। ਉਹ ਗੁਰੂਦੇਵ ਨੇ, ਉਹ ਪ੍ਰਮਾਤਮਾ ਰੂਪ ਨੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣਿਆ ਹੁਕਮ ਮੰਨਦਾ ਹੈ? ਕਹਿਣ ਲੱਗਾ ਹਾਂ ਗੁਰੂ ਦੇਵ ਜੀ। ਉਹ ਕਹਿਣ ਲੱਗੇ ਘਰਾਂ ਨੂੰ ਪਰਤ ਕੇ ਤੂੰ ਘਰਾਂ ਨੂੰ ਜਾ। ਫਿਰ ਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਗੁਰਦੇਵ ਕੈਸਾ ਘਰ, ਕਿਹੜਾ ਘਰ?
ਕਹਿਣ ਲੱਗੇ ਜਿੱਥੇ ਲੋਕ ਜਾ ਰਹੇ ਨੇ ਤੇਰਾ ਘਰ ਨਹੀਂ, ਤੂੰ ਆਪਣੇ ਘਰੇ ਮੁੜ ਜਾ। ਤੇ ਭਾਈ ਲਹਿਣੇ ਨੇ ਗੁਰੂ ਸਾਹਿਬ ਨੂੰ ਇੱਕ ਹੀ ਬਚਨ ਕੀਤਾ, ਗੁਰਦੇਵ ਜੀ ਹੱਥ ਜੋੜੇ, ਅੱਖਾਂ ਵਿੱਚ ਅੱਜ ਗੁਰਦੇਵ ਦੇ ਪਿਆਰੇ ਉਸ ਖੁਸ਼ੀ ਦੇ ਮੰਨ ਲਓ, ਵਿਰਾਗ ਦੇ ਮੰਨ ਲਓ, ਗੁਰੂ ਦੇਵ ਜੀ ਦੇ ਚਰਨਾਂ ਦਾ ਭੌਰਾ ਅੱਜ ਬੋਲਿਆ, ਗੁਰੂ ਸਾਹਿਬ ਮੇਰਾ ਤਾਂ ਘਰ ਹੀ ਨਾਨਕ ਹੈ, ਹੁਣ ਨਾਨਕ ਨੂੰ ਘਰ ਦਾ ਛੱਡਣ ਦਾ ਮੈਨੂੰ ਜੀ ਨਹੀਂ ਕਰਦਾ। ਕੋਈ ਵੀ ਬੰਦਾ ਆਪਣੇ ਘਰ ਨਾਲ ਇੰਨਾ ਮੋਹ ਕਰਦਾ ਹੈ, ਕੋਈ ਵੀ ਲਾ ਲਓ, ਆਪਣਾ ਘਰ ਛੱਡ ਕੇ ਰਾਜੀ ਨਹੀਂ। ਕਹਿਣ ਲੱਗੇ ਗੁਰਦੇਵ ਜੀ ਤੁਸੀਂ ਘਰ ਜਾਣ ਨੂੰ ਗੱਲ ਕਰਦੇ ਹੋ, ਲਹਿਣੇ ਨੇ ਤਾਂ ਘਰ ਹੀ ਤੁਹਾਨੂੰ ਬਣਾਇਆ ਹੈ, ਹੁਣ ਆਪਣਾ ਘਰ ਨਹੀਂ ਛੱਡਿਆ ਜਾਂਦਾ। ਕਹਿੰਦੇ ਗੁਰਦੇਵ ਜੀ ਖੁਸ਼ ਹੋਏ। ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਚਰਨਾਂ ਪਰ ਮੱਥਾ ਟੇਕਿਆ। ਭਾਈ ਵੀਰ ਸਿੰਘ ਕਹਿਣ ਲੱਗੇ, ਉਹ ਲਿਖਦੇ ਨੇ ਆਪਣੀ ਰਚਨਾ ਅੰਦਰ, ਗੁਰਦੇਵ ਨੇ ਭਾਈ ਲਹਿਣੇ ਨੂੰ ਉਠਾ ਕੇ ਬਾਹਾਂ ਪਕੜ ਕੇ ਆਪਣੇ ਗਲ ਨਾਲ ਲਾਇਆ, ਗਲਵੱਕੜੀ ਪਾਈ ਤੇ ਬਚਨ ਕਰਨ ਲੱਗੇ, ਲਹਿਣਿਆ ਚੜ੍ਹਦੇ ਤੋਂ ਲਹਿੰਦੇ ਤੱਕ ਨਾਨਕ ਨੂੰ ਤੇਰੇ ਵਰਗਾ ਘਰ ਨਹੀਂ ਮਿਲਣਾ। ਜੇ ਤੂੰ ਨਾਨਕ ਨੂੰ ਆਪਣਾ ਘਰ ਬਣਾਇਆ ਹੈ ਤੇ ਅੱਜ ਤੋਂ ਬਾਅਦ ਨਾਨਕ ਤੇਰੇ ਅੰਦਰ ਨਿਵਾਸ ਕਰੇਗਾ। ਤੂੰ ਗੁਰੂ ਨੂੰ ਆਪਣਾ ਘਰ ਸਮਝਿਆ, ਜਾਓ ਲਹਿਣਿਆ ਅੱਜ ਤੋਂ ਬਾਅਦ ਗੁਰੂ ਨਾਨਕ ਤੇਰੇ ਅੰਦਰ ਨਿਵਾਸ ਕਰੇਗਾ। ਤੇਰੇ ਵਰਗਾ ਘਰ ਚੜ੍ਹਦੇ ਤੋਂ ਲਹਿੰਦੇ ਤੱਕ ਨਹੀਂ ਦਿਸਦਾ ਮੈਨੂੰ। ਤੇ ਗੁਰਦੇਵ ਜੀ ਦੇ ਚਰਨਾਂ ਜਦੋਂ ਬੇਨਤੀ ਕਰਦੇ ਆ ਨਾ, ਹੁਣ ਧੰਨ ਧੰਨ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਹੀ ਆਪ ਵਾਚਣੇ ਨੇ। ਉਹ ਸ਼ਲੋਕ ਹੈ, ਸਤਿਗੁਰੂ ਕਿੱਧਰ ਜਾਵਾਂ, ਕਿਹਦਾ ਕੋਈ ਮਿੱਤਰ ਹੈ, ਕਿਸੇ ਦਾ ਕੋਈ ਮਿੱਤਰ ਹੈ, ਪਰ ਮੈਨੂੰ ਤੇਰੇ ਬਿਨਾ ਹੋਰ ਕੋਈ ਮਿੱਤਰ ਗੁਰੂ ਪਿਆਰਾ ਦਿਸਦਾ ਹੀ ਨਹੀਂ। ਉਹ ਬਚਨ ਹੈ, ਸਤਿਗੁਰੂ ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਮੇਰੀ ਗਰੀਬਣੀ ਦਾਤਾ ਕੇਵਲ ਤੂੰ ਹੀ ਹੈ। ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜਾ ਰੋਏ, ਜਾ ਲਗ ਚਿੱਤ ਨਾ ਆਵਹੀ, ਜਦ ਤੱਕ ਤੂੰ ਮੇਰੇ ਚਿੱਤ ਵਿੱਚ ਨਾ ਵਸੇ, ਕਿਉਂ ਨਾ ਰੋ ਰੋ ਕੇ ਮੈਂ ਆਪੋ ਆਪ ਨੂੰ ਮਾਰ ਲਵਾਂ। ਤੇਰੇ ਬਿਨਾ ਮੈਂ ਮਰ ਜਾਵਾਂਗਾ, ਤੇਰੇ ਬਿਨਾ ਨਹੀਂ ਰਹਿ ਸਕਦਾ। ਕਹਿਣ ਲੱਗੇ ਆਪਣੇ ਮਨ ਨੂੰ ਗੁਰਦੇਵ ਦੇ ਚਰਨਾਂ ਦੀ ਨਾਲ ਐਵੇਂ ਆਪਣੀ ਸੁਰਤ ਜੋੜ ਲਈ, ਗੁਰੂ ਤੋਂ ਵਿਛੜੇ ਹੋਏ ਆਪ ਨੂੰ ਮੌਤ ਦਾ ਸਮਾਨ ਹੀ ਸਮਝ ਲਈ, ਜਿਉਂਦਾ ਨਾ ਸਮਝੀ ਕਹਿੰਦੇ ਕਦੇ ਵੀ। ਸੱਤਾ ਬਲਵੰਡ ਜੀ ਕਹਿਣ ਲੱਗੇ, ਮਰਦਾਂ ਵਾਲੀ ਘਾਲ ਵਾਕਈ ਹੀ ਗੁਰੂ ਅੰਗਦ ਸਾਹਿਬ ਨੇ ਘਾਲੀ ਹੈ। ਉਹ ਬਚਨ ਸੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਉਹਨਾਂ ਨੇ ਬਚਨ ਕਰਿਆ, ਪਿਆਰਿਓ ਸਿੱਖੋ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵਦਾ, ਲੈਣੇ ਧਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦਾ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀਦ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦਾ। ਉੱਥੇ ਕਹਿਣ ਲੱਗੇ ਇੰਜ ਲੱਗਦਾ ਸੀ ਜਿਵੇਂ ਨਦੀਆਂ ਉਲਟੀਆਂ ਜਲ ਬਹਿ ਰਹੀਆਂ ਨੇ। ਆਪਣਾ ਰੂਪ ਅੰਗਦ ਨੂੰ ਦੇ ਕੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਸੀ। ਪਹਿਲੀ ਵਾਰ ਹੋਇਆ ਵੀ ਗੁਰੂ ਨੇ ਆਪਣੇ ਚੇਲੇ ਦੇ ਚਰਨਾਂ ਪਰ ਮੱਥਾ ਟੇਕਿਆ ਹੋਵੇ। ਗੁਰ ਚੇਲੇ ਰਹਿ ਰਾਸ ਕੀਏ, ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਜੀ, ਨਾਨਕ ਸਲਾਮਤ ਥੀਵਦਾ, ਸਹਿ ਟਿੱਕਾ ਦਿਤੋਸ ਜੀਵਦਾ। ਗੁਰੂ ਕੋਈ ਵੀ ਲਾ ਲਓ ਦੁਨੀਆ ਦੇ ਵਿੱਚ ਆਪਣਾ ਰੂਪ ਆਪਣੇ ਚੇਲੇ ਨੂੰ ਕੋਈ ਨਹੀਂ ਉਜ ਦਿੰਦਾ, ਆਪਣੇ ਸੇਵਾਦਾਰਾਂ ਨੂੰ ਆਪਣਾ ਰੂਪ ਕੋਈ ਨਹੀਂ ਦਿੰਦਾ। ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਲੈਣੇ ਅੰਦਰ ਹੀ ਟਿਕਾ ਦਿੱਤੀ ਸੀ। ਉਹਨਾਂ ਦਾ ਬਚਨ ਸੀ, ਕਹਿਣ ਲੱਗੇ, ਪਿਆਰੇ ਜਿਸ ਪਿਆਰੇ ਸਿਓ ਨੇਹੋ ਤਿਸ ਅੱਗੇ ਮਰ ਚੱਲੀਐ, ਤਿਰਗ ਜੀਵਨ ਸੰਸਾਰ ਤਾਕੈ ਪਾਛੇ ਜੀਵਣਾ। ਤੇ ਲੋਕ ਆਦਿਕ ਇਸ ਗੱਲ ਨੂੰ ਪਖੰਡ ਸਮਝਦੇ ਨੇ। ਪੜ੍ਹੇ ਲਿਖੇ ਲੋਕ ਆਦਿਕ ਲੋਕ ਕਹਿੰਦੇ ਨੇ ਵੀ ਆ ਪਖੰਡ ਪਏ ਕਰਦੇ ਨੇ। ਭਾਈ ਲਹਿਣਾ ਜੀ ਤੋਂ ਪੁੱਛ ਕੇ ਦੇਖੋ, ਧੰਨ ਗੁਰੂ ਅੰਗਦ ਸਾਹਿਬ ਜੀ ਤੋਂ ਵੀ, ਸਤਿਗੁਰੂ ਤੇਰੇ ਚਰਨਾਂ ਦੇ ਵਿੱਚ ਆ ਕੇ ਜੇ ਤੇਰੇ ਚਰਨਾਂ ਦੇ ਨਾਲ ਮਸਤਕੇ ਕਿਸੇ ਦੇ ਅੱਖਾਂ 'ਚ ਅਥਰੂ ਡਿੱਗਦੇ ਨੇ, ਕੋਈ ਤੇਰੇ ਪ੍ਰੇਮ ਦਾ ਰਤੜਾ ਅੱਖਾਂ 'ਚੋਂ ਆਂਸੂ ਕੱਢ ਕੇ ਅਥਰੂ ਕੱਢ ਕੇ ਰੋਂਦਾ ਹੈ, ਤੇ ਕੀ ਉਹ ਮਨਮਤ ਹੈ? ਪੜ੍ਹੇ ਲਿਖੇ ਆਦਿਕ ਲੋਕ ਕਹਿੰਦੇ ਨੇ ਕੀ ਉਹ ਪਖੰਡੀ ਹੈ? ਤੇ ਧੰਨ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਪਿਆਰੇ ਗੱਲ ਸੁਣ, ਜਿਹੜਾ ਸੀਸ ਗੁਰੂ ਅੱਗੇ ਨਿਵਾਇਆ ਹੈ ਨਾ, ਉਹ ਸ਼ਬਦ ਹੈ, ਜੋ ਸਿਰ ਸਾਈਂ ਨਾ ਨਿਵੈ, ਜੋ ਸੋ ਸਿਰ
ਦੀਜੈ ਡਾਰ। ਜਿਹੜਾ ਸਿਰ ਤੇਰੇ ਸਤਿਗੁਰੂ ਅੱਗੇ ਨਿਵਦਾ ਨਹੀਂ, ਕਹਿਣ ਲੱਗੇ ਉਹ ਸਿਰ ਨੂੰ ਡਾਰ ਦੇ, ਉਸ ਦੇ ਸਿਰ ਨੂੰ ਕੱਟ ਕੇ ਸੁੱਟ ਦੇ। ਅਤੇ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਜਿਸ ਸਰੀਰ ਵਿੱਚ ਪਿਆਰ ਨਹੀਂ, ਉਹ ਸਰੀਰ ਸਾੜ ਦਿਓ। ਭਾਵ ਉਹ ਸਾਰਾ ਕੁਝ ਵਿਅਰਥ ਹੈ, ਤੇਰਾ ਸਿਰ ਵੀ ਵਿਅਰਥ, ਤੇਰਾ ਸਰੀਰ ਵੀ ਵਿਅਰਥ। ਜਿਹੜਾ ਗੁਰੂ ਅੱਗੇ ਨਿਵਦਾ ਨੇ, ਕਹਿਣ ਲੱਗੇ ਉਹ ਸੀਸ ਨਿਵਾਏ ਦਾ ਕੀ ਫਾਇਦਾ, ਇਹ ਸੀਸ ਇੱਥੇ ਨਿਵਾਈ ਜਾਣਾ, ਤੇਰੇ ਹਿਰਦੇ ਕਸੂਦਾ ਚੱਲਦਾ ਪਿਆ ਹੋਵੇ, ਮਨ 'ਚ ਤੇਰੀ ਹੋਰ ਗੱਲਾਂ ਹੀ ਹੋਣ। ਕਹਿਣ ਲੱਗੇ ਜੇ ਗੁਰੂ ਪਰਮੀ, ਗੁਰੂ ਦੇ ਸੱਚੇ ਪ੍ਰੇਮ ਦਾ ਆਸ਼ਕ ਬਣਨਾ ਹੈ, ਅਸਲ ਵਿੱਚ ਆਹ ਗੱਲਾਂ ਤੇਰੇ ਅੰਦਰ ਨਹੀਂ ਹੋਣੀਆਂ ਚਾਹੀਦੀਆਂ। ਕਿਹੜੀਆਂ ਗੁਰੂ ਜੀ? ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਹੀ ਫਰਮਾਉਂਦੇ ਨੇ, ਪਿਆਰੇ ਅਰਦਾਸ ਕਰੀ ਪ੍ਰਥਮ ਭਗਉਤੀ ਸਿਮਰ ਕੇ, ਨਾਨਕ ਨੂੰ ਤਿਆਗ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਸਹਾਇਤਾ ਮੰਗ ਲਈ, ਕਾਰਜ ਰਾਸ ਹੋਣਗੇ। ਉਹਨਾਂ ਨੇ ਬਚਨ ਕੀਤਾ, ਏਕ ਕਨੇਹੀ ਆਸਕੀ ਦੂਜਾ ਲੱਗਿਆ ਜਾਏ। ਕਹਿਣ ਲੱਗੇ ਉਹ ਕਿਹੜੀ ਆਸ਼ਕੀ ਹੋਈ? ਸੀਸ ਕਿਤੇ ਹੋਰ ਤੇ ਮਨ ਕਿਤੇ ਹੋਰ ਪਿਆ ਹੋਵੇ, ਸਰੀਰ ਕਿਤੇ ਹੋਰ ਤੇ ਸੁਰਤ ਕਿਤੇ ਹੋਰ ਜੁੜੀ ਪਈ ਹੋਵੇ, ਇਹੋ ਜਿਹਾ ਆਸਕ ਕਿਵੇਂ ਪਾਰ ਲੰਘਾਏਗਾ? ਜੇ ਕੋਈ ਪ੍ਰੇਮੀ ਜਿਉੜਾ ਆਪਣੇ ਪਿਆਰੇ ਤੋਂ ਬਿਨਾਂ ਕਿਸੇ ਹੋਰ ਮਨ ਵਿੱਚ ਚਿੱਤ ਜੋੜ ਲਏ ਤਾਂ ਉਸ ਨੂੰ ਆਸ਼ਕ ਨਹੀਂ ਕਿਹਾ ਜਾ ਸਕਦਾ, ਉਹ ਟੁੱਟਿਆ ਹੋਇਆ ਸਮਝਿਆ ਜਾ ਸਕਦਾ। ਉਹਨਾਂ ਨੇ ਕਿਹਾ, ਨਾਨਕ ਆਸ਼ਿਕ ਕਾਂਢੀ ਹੈ, ਸਦ ਹੀ ਰਹਿ ਸਮਾਏ। ਉਹ ਮਨੁੱਖ ਸੱਚਾ ਆਸ਼ਿਕ ਕਿਹਾ ਜਾ ਹੋ ਸਕਦਾ ਹੈ, ਉਹ ਆਸ਼ਿਕ ਹੋਵੇ ਜਿਹੜਾ ਵਾਕਈ ਸੁਰਤ ਵੀ ਤੇ ਸਰੀਰ ਵੀ ਇੱਕੋ ਟਿਕਾਣੇ ਰੱਖਦਾ ਹੈ, ਆਪਣੀ ਪ੍ਰੀਤਮ ਦੀ ਯਾਦ ਵਿੱਚ ਡੁੱਬਾ ਰਹੇ, ਉਹਨੂੰ ਕਹਿੰਦੇ ਆਸ਼ਿਕ। ਤੇ ਉਹ ਕਿਹੋ ਜਿਹਾ ਹੋਇਆ? ਅਗਲਾ ਬਚਨ ਜਦੋਂ ਗੁਰਦੇਵ ਜੀ ਕਰਦੇ ਆ, ਕਹਿਣ ਲੱਗੇ ਹਰੇਕ ਦੇ ਮਨ ਵਿੱਚ ਗੁਰੂ ਪ੍ਰਤੀ ਇਹੋ ਜਿਹੀ ਗੱਲਾਂ ਹੁੰਦੀਆਂ ਨੇ, ਘਰ ਘਰ ਵਿੱਚ ਕਰਦੇ। ਉਹ ਬਚਨ ਕਿਹੋ ਜਿਹਾ ਗੁਰੂ ਜੀ? ਕਹਿਣ ਲੱਗੇ ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਈ। ਧੰਨ ਅੰਗਦ ਸਾਹਿਬ ਜੀ ਕਹਿਣ ਲੱਗੇ, ਪਿਆਰੇ ਜੇ ਗੁਰੂ ਕਰੇ ਚੰਗਾ ਤੇ ਫਿਰ ਕਿ ਮੇਰਾ ਤਾਂ ਗੁਰੂ ਬਹੁਤ ਚੰਗਾ ਹੈ, ਮੇਰੇ ਤੇ ਕਿਰਪਾ ਹੀ ਬੜੀ ਕੀਤੀ ਹੈ। ਚੰਗਾ ਚੰਗਾ ਕਰ ਮੰਨੇ, ਜੇ ਗੁਰੂ ਕਰੇ ਚੰਗਾ ਤੇ ਉਦੋਂ ਹੱਥ ਜੋੜ ਕੇ ਕਹਿੰਦੇ ਆ ਵੀ ਗੁਰੂ ਨੇ ਚੰਗਾ ਹੀ ਬੜਾ ਕੀਤਾ। ਜੇ ਕਿਤੇ ਕੋਈ ਸਾਡੇ ਕਰਮਾਂ ਦਾ ਫਲ ਸਾਨੂੰ ਮਿਲ ਜਾਏ, ਹੋ ਜੇ ਸਾਡੇ ਨਾਲ ਮਾੜਾ, ਤੇ ਉਦੋਂ ਕਈ ਮੰਦਾ ਹੋਈ। ਸਾਡੇ ਕਰਮਾਂ ਦਾ ਫਲ ਜੇ ਸਾਨੂੰ ਮਿਲਦਾ ਹੈ, ਫਿਰ ਨਾਲ ਦੀ ਨਾਲ ਆਪਾਂ ਕਹਿ ਦੇਣਾ ਗੁਰੂ ਸਾਡੇ ਨਾਲ ਵੈਰ ਪਿਆ ਕਮਾਉਂਦਾ ਹੈ। ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਆਹ ਕਿਹਦਾ ਆਸ਼ਿਕ ਹੋਇਆ? ਆਸ਼ਿਕ ਤਾਂ ਕਹਿੰਦੇ ਬੰਦ ਕਰਕੇ ਕੱਟਿਆ ਜਾਂਦਾ ਹੈ, ਪਰ ਆਪਣੇ ਪਿਆਰੇ ਨੂੰ ਕਦੇ ਵੀ ਮੰਦਾ ਨਹੀਂ ਹੋ ਜੇ ਆਖਦਾ। ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਈ। ਚੰਗਾ ਕਰੇ ਤਾਂ ਤੇਰੇ ਲਈ ਚੰਗਾ, ਤੇ ਮੰਦਾ ਤੇਰੇ ਕਰਮਾਂ ਦਾ ਫਲ ਤੈਨੂੰ ਮਿਲਿਆ ਤੇ ਤੇਰੇ ਲਈ ਗੁਰੂ ਹੀ ਮੰਦਾ ਹੋ ਗਿਆ। ਪਿਆਰੇ ਇਹ ਜਿਹੇ ਆਸ਼ਿਕ ਨਹੀਂ ਹੁੰਦੇ ਗੁਰੂ ਦੇ ਚਰਨਾਂ ਦੇ। ਨਾਨਕ ਆਸਕ ਇਹ ਨਾ ਆਖੀ ਹੈ, ਜੇ ਲੇਖੈ ਵਰਤੈ ਸੋਇ ਉਹ ਮਨੁੱਖ ਪੀਹੇ। ਨਾਨਕ ਸੱਚਾ ਆਸ਼ਿਕ ਨਹੀਂ ਕਿਹਾ ਜਾ ਸਕਦਾ ਜਿਹੜਾ ਸੱਚ ਵੇਲੇ ਤੱਕ ਕਵੇ, ਸੁੱਖ ਵੇਲੇ ਤੱਕ ਕਵੇ ਗੁਰੂ ਚੰਗਾ ਹੈ, ਤੇ ਆਪਣਾ ਕਰਮਾਂ ਦਾ ਦੁੱਖ ਜਦੋਂ ਆਪਣੀ ਝੋਲੀ ਵਿੱਚ ਪੈਂਦਾ ਉਦੋਂ ਕਹਿੰਦਾ ਗੁਰੂ ਨੇ ਮੇਰੇ ਨਾਲ ਵੈਰ ਪਿਆ ਕਮਾਇਆ। ਤੇ ਜਦੋਂ ਵੀ ਗੁਰੂ ਦੇਵ ਦੇ ਚਰਨਾਂ ਵਿੱਚ ਭਾਈ ਲਹਿਣਾ ਕਹਿੰਦੇ ਸਿਰ ਝੁਕਾਏਗਾ ਤੇ ਗੁਰੂ ਪ੍ਰਤੀ ਇੱਕ ਤਿਲ ਮਾਤਰ ਵੀ ਮੈਲ ਨਾ ਰੱਖੀ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਜੋ ਆਪਣੇ ਮਾਲਕ ਦੇ ਮੂਹਰੇ ਦੋਵੇਂ ਪ੍ਰਣਾਮ, ਇੱਕ ਤਾਂ ਪ੍ਰਣਾਮ ਕਰਦਾ ਹੈ, ਮੱਥਾ ਟੇਕਦੇ ਆ, ਦੂਜੇ ਪਾਸੋਂ ਗੁਰੂ ਦੀ ਗੱਲ ਨੂੰ ਹੀ ਨਾ ਨੁਕਰ ਪਿਆ ਕਰਦਾ ਹੈ ਵੀ ਮੈਂ ਗੱਲ ਮੰਨਣੀ ਨਹੀਂ। ਜਦੋਂ ਗੱਲ ਮੰਨਣੀ ਨਹੀਂ, ਪਿਆਰੇ ਲੈਣ ਕੀ ਆਇਆ ਹੈ? ਅਰਦਾਸ ਕਰਨ ਲੱਗੇ ਜਦੋਂ ਗੱਲ ਮੰਨ ਹੀ ਨਹੀਂ ਰਿਹਾ, ਫਿਰ ਅਰਦਾਸ ਕਰਨ ਦਾ ਫਾਇਦਾ ਹੀ ਕੀ ਜੇ ਆਪਣੀ ਸੁੱਤ ਵਿੱਚ ਤੂੰ ਆਪਣੀ ਸਿਆਣਪ ਵਰਤਣੀ ਹੈ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ, ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ ਦੋਵੇਂ ਹੀ ਝੂਠੇ ਹਨ। ਇਹਨਾਂ ਦੋਹਾਂ ਵਿੱਚੋਂ ਕੋਈ ਗਲਤੀ ਮਾਲਕ ਦੇ ਦਰ ਤੇ ਕਬੂਲ ਨਹੀਂ ਹੁੰਦੀ। ਅਰਦਾਸ ਕਰਨ ਵਾਲੇ ਸਿਰ ਤੇ ਝੁਕਾ ਲਿਆ ਪਰ ਗੁਰੂ ਅੱਗੇ ਇਤਰਾਜ਼ ਪਿਆ ਕਰਦਾ ਹੈ। ਆਹ ਦੋਨੇ ਗੱਲਾਂ ਤੇਰੀ ਪ੍ਰਵਾਨ ਨਹੀਂ। ਅਰਦਾਸ ਕਰਨ ਦਾ ਕੋਈ ਫਾਇਦਾ ਨਹੀਂ ਜੇ ਹੱਥ ਜੋੜ ਕੇ ਤੂੰ ਐਂ ਕਰੇਂਗਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਫਿਰ ਦੱਸੋ ਧਰਮ ਕੀ ਹੈ? ਉਹਨਾਂ ਨੇ ਇੱਕ ਸ਼ਬਦ ਦੇ ਵਿੱਚ ਧਰਮ ਦੀ ਪਰਿਭਾਸ਼ਾ ਸਮਝਾ ਦਿੱਤੀ। ਕਹਿਣ ਲੱਗੇ ਪਿਆਰੇ ਧਰਮ ਹੈ, ਅੱਜ ਸੁਣ ਲੈ ਵੀ ਧਰਮ ਦੀ ਪਰਿਭਾਸ਼ਾ ਕਿਹੋ ਜਿਹੀ ਹੈ, ਧਰਮ ਕਿਹੋ ਜਿਹਾ ਹੋਣਾ ਚਾਹੀਦਾ ਹੈ। ਧਰਮ ਹੁਣ ਅੱਜ ਪਤਾ ਲੱਗ ਜਾਣਾ ਆਪਾਂ ਨੂੰ ਵੀ ਧਰਮ ਕਿਤੇ ਅੱਡ ਅੱਡ ਹੀ ਨਾ ਕਿ ਧਰਮ ਇੱਕੋ ਹੀ ਹੈ। ਧਰਮ ਅੱਡੋ ਅੱਡ ਬਣਾਏ ਗੁਰੂ ਨਾਨਕ ਸਾਹਿਬ ਦੇ ਜੋਤ ਨੇ, ਧਰਮ ਇੱਕੋ ਜਿਹੇ ਸਮੇਟ ਕੇ
ਇੱਕ ਓਂਕਾਰ ਦਾ ਵਿਖਿਆਨ ਕਰ ਦਿੱਤਾ ਹੈ। ਸ਼ਬਦ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਕਹਿਣ ਲੱਗੇ, ਪਿਆਰਿਓ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਲੋਕਾਂ ਨੇ ਕਹਿੰਦੇ ਧਰਮ ਕਿਹੋ ਜਿਹੇ ਬਣਾ ਕੇ ਰੱਖੇ ਨੇ। ਸ਼ਬਦ ਸੀ, ਕਹਿਣ ਲੱਗੇ ਜਿਹੜਾ ਜੋਗੀ ਹੈ, ਜੋਗੀ ਕਹਿਣ ਲੱਗਿਆ ਮੈਂ ਜੋਗ ਮਤ ਕਮਾਉਣਾ ਹੀ ਮੇਰਾ ਧਰਮ ਹੈ। ਦੂਜਾ ਆਇਆ, ਕਹਿਣ ਲੱਗੇ ਜਿਹੜਾ ਵੇਦ ਬ੍ਰਾਹਮਣ ਨੇ ਉਹ ਕਹਿਣ ਲੱਗੇ ਅਸੀਂ ਵੇਦਾਂ ਦਾ ਪਾਠਨ ਪਠਨ ਕਰਕੇ ਸਾਡਾ ਆਹੀ ਧਰਮ। ਇਹਨਾਂ ਨੇ ਦੋ ਬਣ ਗਏ। ਪਹਿਲਾ ਆਇਆ ਜੋਗੀਆਂ ਨੇ ਸਮਝਿਆ ਜੋਗ ਕਮਾਉਣਾ ਹੀ ਧਰਮ ਹੈ, ਤੇ ਬ੍ਰਾਹਮਣਾਂ ਨੇ ਸਮਝਿਆ ਵੀ ਆਹ ਪਾਠ ਵੇਦਕ ਪੜ੍ਹਨੇ ਆਹੀਓ ਹੀ ਧਰਮ ਹੈ। ਤੇ ਖੱਤਰੀ ਕਹਿਣ ਲੱਗਿਆ ਸੂਰਮਾ ਬਣ ਕੇ ਲੜਨ ਤੇ ਮੈਦਾਨੇ ਜੰਗ ਵਿੱਚ ਮੈਂ ਸ਼ਹੀਦ ਹੋਵਾਂ, ਮੇਰਾ ਆਹੀਓ ਹੀ ਧਰਮ ਹੈ। ਤੇ ਸ਼ੂਦਰ ਕਹਿਣ ਲੱਗਿਆ ਮੈਂ ਵਡੇਰਿਆਂ ਦੀ ਸੇਵਾ ਕਰ ਕਰਕੇ ਮਰ ਜਾ, ਮੇਰਾ ਆਹੀਓ ਹੀ ਧਰਮ ਹੈ। ਗੁਰੂ ਅੰਗਦ ਸਾਹਿਬ ਜੀ ਅੱਜ ਕਹਿ ਰਹੇ ਨੇ, ਪਿਆਰੇ, ਗੁਰੂ ਨਾਨਕ ਤੋਂ ਗੁਰੂ ਅੰਗਦ ਧਿਆਏਗਾ, ਗੁਰੂ ਅੰਗਦ ਧਿਆਉਣ ਤੋਂ ਪਹਿਲਾਂ ਉਹਦੇ ਬਚਨ ਮੰਨਣੇ ਪੈਣਗੇ, ਫਿਰ ਅਰਦਾਸ ਸੰਪੂਰਨ ਹੋਵੇਗੀ। ਉਹ ਸੀ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਇੱਕੋ ਹੀ ਗੱਲ ਸਾਰੀ ਗੱਲ ਦਰੜਾ ਕਰਾ ਦਿੱਤੀ। ਕਹਿਣ ਲੱਗੇ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਪਰ ਸਾਰਿਆਂ ਦਾ ਮੁੱਖ ਧਰਮ ਇੱਕੋ ਪ੍ਰਭੂ ਨਾਮ ਦਾ ਸਿਮਰਨ ਹੈ। ਜੇ ਤੂੰ ਸਿਮਰਨ ਵਿੱਚ ਨਹੀਂ ਜੁੜਦਾ ਤੂੰ ਕਿਸੇ ਧਰਮ ਵਿੱਚ ਵੀ ਨਹੀਂ ਆਉਂਦਾ। ਧਰਮ ਕੇਵਲ ਸਿਮਰਨ ਹੀ ਹੈ। ਜੇ ਸਿਮਰਨ ਨਹੀਂ ਕੀਤਾ ਪਿਆਰੇ ਤੋਂ ਕਿਸੇ ਧਰਮ ਦਾ ਵਾਲੀ ਹੀ ਨਹੀਂ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਵੀ ਇਹ ਸਾਰੇ ਧਰਮ ਅਲੱਗ-ਅਲੱਗ ਨਹੀਂ, ਭਾਵੇਂ ਕਿੰਨਾ ਹੀ ਸੂਰਮਾ ਲੜੇ, ਭਾਵੇਂ ਵੇਦ ਦਾ ਪਾਠ ਜਿੰਨਾ ਮਰਜ਼ੀ ਬ੍ਰਾਹਮਣ ਕਰੇ, ਭਾਵੇਂ ਜੋਗੀ ਜਿੰਨਾ ਮਰਜ਼ੀ ਜੋਗ ਧਾਰਨ ਕਰੇ, ਸ਼ੂਦਰ ਭਾਵੇਂ ਜਿੰਨਾ ਮਰਜ਼ੀ ਵਡੇਰਿਆਂ ਦੀ ਸੇਵਾ ਕਰੇ, ਪਰ ਜਿੰਨਾ ਚਿਰ ਸਿਮਰਨ ਨਹੀਂ ਜੁੜਦਾ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਕਿਸੇ ਵੀ ਧਰਮ ਵਿੱਚ ਨਹੀਂ ਆਉਂਦਾ। ਹੋਈਆਂ ਭੁੱਲਾਂ ਦੀ ਖਿਮਾ, ਗਲਤੀ ਦੀ ਮਾਫੀ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਚਰਨ ਸਰਨਾਂ ਨਾਲ ਜੋੜ ਕੇ ਆਪਣੇ ਪਿਆਰੇ ਅਰਦਾਸ ਬੇਨਤੀ ਕਰਨ ਦਾ ਸਾਨੂੰ ਵੱਲ ਦੱਸਦੇ ਨੇ। ਇਸੇ ਤਰ੍ਹਾਂ ਹੀ ਚਰਨ ਸਰਨਾਂ ਨਾਲ ਜੋੜੀਏ, ਗੁਰੂ ਨਾਨਕ ਸਾਹਿਬ ਰਹਿਮਤਾਂ ਦੇ ਘਰ ਆਉਣ। ਇਸੇ ਤਰ੍ਹਾਂ ਹੀ ਚਰਨ ਕਮਲਾਂ ਨਾਲ ਜੋੜਨ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।